ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਭੂਗੋਲ ਫੋਰ ETT ਜਿਹੜੇ 6835 ਪੋਸਟ ਹੈ ਉਹਨਾਂ ਵਾਸਤੇ ਸੈਕਿੰਡ ਪਾਰਟ ਲੈ ਕੇ ਆਏ ਹਾਂ। ਇਹਦੇ 'ਚ ਅਬਾਊਟ ਆਪਾਂ 64 ਕੁਐਸਚਨਸ ਕਰਾਂਗੇ ਅਤੇ ਮੇਰੇ ਹਿਸਾਬ ਨਾਲ ਜਿਵੇਂ ਮੈਂ ਲਾਸਟ ਪੇਪਰ ਦਿੱਤਾ ਸੀ ਉਸ ਹਿਸਾਬ ਨਾਲ ਇਸ ਤੋਂ ਬਾਅਦ ਕੁਛ ਵੀ ਨਹੀਂ ਆਏਗਾ। ਤੁਸੀਂ ਸਿਰਫ ਭੂਗੋਲ ਦੇ ਜਿਹੜੀ PCEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਦੇ ਅੰਦਰ ਦੇ ਜੋ ਸਵਾਲ ਹੈ ਸਿਰਫ ਮੈਂ ਉਹ ਕਰਾਊਂਗਾ। ਅਗਰ ਤੁਸੀਂ ਉਹ ਕਰ ਲਓ ਤਾਂ ਇਸ ਤੋਂ ਬਾਅਦ ਕੁਛ ਨਹੀਂ ਆਏਗਾ। ਅਤੇ ਮੈਂ ਇੱਕ ਚੈਪਟਰ ਹੈ ਕੁਦਰਤੀ ਬਨਸਪਤੀ, ਉਹਦੇ ਮੈਂ ਟੋਟਲ 64 ਕੁਐਸਚਨ ਬਣਾਏ ਆ। ਤਾਂ ਤੁਸੀਂ ਇਹ ਅਗਰ ਪੜ੍ਹ ਲਓਗੇ ਤਾਂ ਤੁਹਾਨੂੰ ਪੇਪਰ 'ਚ ਆਸਾਨੀ ਰਹੇਗੀ। ਠੀਕ ਹੈ, ਤਾਂ ਤੁਹਾਨੂੰ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਪੈਣੀ, ਸਿਰਫ ਇਹ ਕੁਐਸਚਨਸ ਕਰ ਲਓ ਜੋ ਮੈਂ ਕਰਵਾ ਰਿਹਾ। ਚਲੋ ਸਟਾਰਟ ਕਰਦੇ ਹਾਂ। ਅਗਰ ਤੁਸੀਂ ਆਪ ਨਾਲ ਟੈਸਟ ਦਿਓਗੇ ਤੁਹਾਡਾ ਫਾਇਦਾ ਹੋਏਗਾ। ਤੁਸੀਂ ਨਾਲ ਕਾਪੀ ਰੱਖ ਲਓ ਅਤੇ ਟੈਸਟ ਦਿਓ, ਤੁਹਾਨੂੰ ਪਤਾ ਲੱਗ ਜਾਏਗਾ ਤੁਹਾਨੂੰ ਕਿੰਨਾ ਆਉਂਦਾ। ਠੀਕ ਹੈ, ਕਿਉਂਕਿ ਪੇਪਰ ਡਿਲੇ ਹੋ ਜਾ ਰਿਹਾ ਅਤੇ ਇਸ ਕਰਕੇ ਤੁਹਾਡੀ ਸਾਰਿਆਂ ਦੀ ਤਿਆਰੀ ਤਾਂ ਹੋ ਜਾਣੀ ਚਾਹੀਦੀ ਹੁਣ ਤੱਕ। ਅਤੇ ਇਸ ਕਰਕੇ ਤੁਸੀਂ ਉਹਦਾ ਟੈਸਟ ਦੇ ਸਕਦੇ ਵਾਰੀ ਹੁਣ ਟੈਸਟ ਸਟਾਰਟ ਕਰਦੇ ਆਪਾਂ। ਮੈਂ ਨਾਲ ਆਂਸਰ ਦੱਸੀ ਜਾਊਂਗਾ। ਠੀਕ ਹੈ, ਦੇਸ਼ ਵਿੱਚ ਮਿਲਣ ਵਾਲੀ ਬਨਸਪਤੀ ਦਾ ਕਿੰਨਾ ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ? ਤਾਂ ਦੇਸ਼ 'ਚ ਜਿਹੜਾ ਬਨਸਪਤੀ ਮਿਲਦੀ ਹੈ ਇਹਦਾ ਕਿੰਨਾ ਪਾਰਟ ਆਊਟ ਆਫ ਇੰਡੀਆ ਤੋਂ ਹੈ, ਮਤਲਬ ਬਾਹਰਲੀ ਵਿਦੇਸ਼ੀ ਬਨਸਪਤੀ ਕਹਿ ਲਓ। ਠੀਕ ਹੈ, ਜਾਂ ਵਿਦੇਸ਼ੀ ਜਾਤੀਆਂ ਜਿਵੇਂ ਹਾਈਬ੍ਰਿਡ ਹੁੰਦੀਆਂ ਨੇ ਬਾਹਰ ਲਈਆਂ ਤਾਂ 40%। ਇਹਦਾ ਆਨਸਰ ਕੀ ਆਏਗਾ? 40%। ਠੀਕ ਹੈ ਜੀ। ਅਗਲਾ ਕੁਐਸਚਨ, ਐਲਰਜੀ ਸਾਹ ਅਤੇ ਚਮੜੀ ਦੇ ਰੋਗਾਂ ਵਿੱਚ ਕਿਸ ਕਾਰਨ ਵਾਧਾ ਹੋਇਆ? ਦੇਖੋ ਇਹ ਰਿਐਲਿਟੀ ਹੈ ਕਿਉਂਕਿ ਮੇਰੇ ਘਰ ਦੀ ਆਪ ਦੀ ਐਗਜ਼ਾਮਪਲ ਹੈ। ਸਾਡੇ ਘਰ ਵੀ ਇਹ ਦਿੱਕਤ ਆਈ ਹੈ ਐਲਰਜੀ ਦੀ ਅਤੇ ਚਮੜੀ ਦਾ ਰੋਗ। ਠੀਕ ਹੈ, ਇਹ ਕਿਸ ਕਰਕੇ ਆਈ ਅਤੇ ਮੈਨੂੰ ਡਾਕਟਰ ਨੇ ਦੱਸਿਆ ਤਾਂ ਉਸ ਕਰਕੇ ਮੈਨੂੰ ਫਾਇਦਾ ਹੋ ਗਿਆ। ਮੈਨੂੰ ਕੁਐਸਚਨ ਆਉਂਦਾ ਸੀ ਪਹਿਲਾਂ, ਇਹ ਕਾਂਗਰਸ ਕਾ। ਇਹਦਾ ਆਨਸਰ ਕੀ ਹੈ? ਕਾਂਗਰਸ ਕਾ। ਠੀਕ ਹੈ ਜੀ, ਇਹ ਆਪਣੇ ਨੇੜੇ ਜਿਹੜੇ ਆਪੇ ਉੱਗ ਜਾਂਦਾ ਅਤੇ ਇਹਦੇ ਨਾਲ ਤੁਸੀਂ ਦੇਖੋ ਤੁਹਾਡੀ ਸਕਿਨ ਕਾਲੀ ਪੈਣ ਲੱਗ ਜਾਏਗੀ। ਠੀਕ ਹੈ, ਤਾਂ ਇਹ ਰੀਅਲ ਲਾਈਫ ਐਗਜ਼ਾਮਪਲ ਹੈ। ਠੀਕ ਹੈ, ਉਹਦੇ ਨਾਲ ਆਸਾਨ ਜਲਦੀ ਹੋ ਜਾਂਦਾ ਆਪਣੀ ਯਾਦ। ਠੀਕ ਹੈ ਜੀ। ਅਗਲਾ, ਵਾਤਾਵਰਨ ਸੰਤੁਲਨ ਬਣਾਏ ਰੱਖਣ ਲਈ ਕਿੰਨੀ ਭੂਮੀ ਅਤੇ ਜੰਗਲ ਦਾ ਹੋਣਾ ਜ਼ਰੂਰੀ ਹੈ? ਦੇਖੋ ਇਹਨੂੰ ਯਾਦ ਕਰਨ ਦਾ ਤਰੀਕਾ ਬੜਾ ਸੌਖਾ ਹੈ। ਜੇ ਆਪਾਂ 1/3 ਹਿੱਸਾ ਅਗਰ ਆਪਾਂ ਜੰਗਲ ਕਰ ਦਈਏ ਤਾਂ ਆਪਣਾ ਸੰਤੁਲਨ ਬਣਿਆ ਰਹਿ ਸਕਦਾ ਹੈ। ਅਤੇ 1/3 ਮਤਲਬ ਹੁੰਦਾ 33%। ਠੀਕ ਹੈ ਨਾ, ਤਾਂ 33% ਅਗਰ ਆਪਾਂ 1/3 ਹਿੱਸਾ ਅਗਰ ਆਪਾਂ ਜੰਗਲ ਨਾਲ ਢੱਕ ਦਈਏ ਤਾਂ ਸੰਤੁਲਨ ਬਣਿਆ ਰਹੇਗਾ। ਤਾਂ ਇਹਦਾ ਆਨਸਰ ਆਏਗਾ 33%। ਅੱਛਾ, ਪੂਰੇ ਸੰਸਾਰ ਦੀ ਇਹ ਦੁਬਾਰਾ ਆ ਗਿਆ ਕੁਐਸਚਨ, ਪਰ ਚਲੋ ਫਿਰ ਵੀ ਰਿਪੀਟ ਕਰ ਹੀ ਲੈਂਦੇ ਆਪਾਂ। ਪੂਰੇ ਸੰਸਾਰ ਦੇ ਕਿੰਨੇ ਪ੍ਰਤੀਸ਼ਤ ਭੂਮੀ ਵਨਾਂ ਨਾਲ ਢੱਕੀ ਹੋਈ ਹੈ? ਅੱਛਾ, ਇਹ ਪੂਰੇ ਸੰਸਾਰ ਦੀ ਪੁੱਛ ਰਹੇ ਨੇ ਮਤਲਬ। ਅਤੇ ਪੂਰੇ ਸੰਸਾਰ ਦੀ ਕਿੰਨੀ ਭੂਮੀ? 29.5%। 29.5% ਭੂਮੀ ਹੈ ਜੋ ਵਨਾਂ ਨਾਲ ਢੱਕੀ ਹੋਈ ਹੈ। ਠੀਕ ਹੈ ਜੀ। ਚਲੋ ਅਗਲਾ, ਇਹ ਕੁਐਸਚਨ ਵੀ ਸੇਮ ਹੈ, ਆਪਾਂ ਅਗਲਾ ਕਰਦੇ ਹਾਂ। ਹਾਂ, ਕਈ ਕੁਐਸਚਨ ਰਿਪੀਟ ਹੋਣਗੇ। ਠੀਕ ਹੈ, ਕਿਉਂਕਿ ਮੈਂ ਅਲੱਗ ਜਗ੍ਹਾ ਤੋਂ ਲਏ ਨੇ ਤਾਂ ਕੀ ਕੀਤਾ ਰਿਪੀਟ ਹੋ ਜਾਣ। ਭਾਰਤ ਵਿੱਚ ਪ੍ਰਤੀ ਵਿਅਕਤੀ ਜੰਗਲ ਹੇਠ ਕਿੰਨਾ ਖੇਤਰ ਹੈ? ਮਤਲਬ ਹਰ ਬੰਦੇ ਦਾ ਅਗਰ ਆਪਾਂ ਟੋਟਲ ਜੰਗਲ ਨੂੰ ਟੋਟਲ ਨੰਬਰ ਆਫ ਪਰਸਨ ਨਾਲ ਡਿਵਾਈਡ ਕਰਦੀ ਤਾਂ ਪ੍ਰਤੀ ਵਿਅਕਤੀ ਕਿੰਨੇ ਹੈਕਟੇਅਰ ਆਉਂਦਾ? ਤਾਂ ਪ੍ਰਤੀ ਵਿਅਕਤੀ ਆਉਂਦਾ ਆਪਣੇ 0.14 ਹੈਕਟੇਅਰ ਪਰ ਪਰਸਨ। ਮਤਲਬ ਹਰ ਬੰਦੇ ਦੇ ਹੱਥ 0.14 ਹੈਕਟੇਅਰ ਆਉਂਦਾ। ਬਹੁਤ ਥੋੜ੍ਹਾ ਹੈ। ਠੀਕ ਹੈ ਜੀ। ਅੱਗੇ, ਸਭ ਤੋਂ ਵੱਧ ਜੰਗਲਾਂ ਵਾਲਾ ਰਾਜ ਕਿਹੜਾ ਹੈ? ਜਿੱਥੇ ਸਭ ਤੋਂ ਜ਼ਿਆਦਾ ਜੰਗਲ ਹੋਣ। ਦੇਖੋ ਆਪਣੇ ਪੰਜਾਬ ਸਾਈਡ ਤਾਂ ਆਪਾਂ ਘੱਟ ਵੱਢੀ ਬਹੁਤ ਕਰਦੇ ਹਾਂ, ਵੈਸੇ ਵੀ ਜੰਗਲੀ ਇਲਾਕਾ ਬਹੁਤ ਘੱਟ ਹੈ, ਸਿਰਫ 2.3% ਸ਼ਾਇਦ ਪੰਜਾਬ ਦਾ। ਤਾਂ ਪਰ ਜਿਹੜਾ ਟੋਟਲ ਇੰਡੀਆ 'ਚ ਸਭ ਨਾਲ ਬੈਸਟ ਹੈ ਤ੍ਰਿਪੁਰਾ। ਠੀਕ ਹੈ ਨਾ, ਤ੍ਰਿਪੁਰਾ ਦਾ ਸਭ ਨਾਲ ਜ਼ਿਆਦਾ ਜੰਗਲੀ ਇਲਾਕਾ ਹੈ। ਤਾਂ ਇਸ ਕਰਕੇ ਸਭ ਤੋਂ ਵੱਧ ਜੰਗਲ ਵਾਲਾ ਇਲਾਕਾ ਕਿਹੜਾ? ਤ੍ਰਿਪੁਰਾ। ਇਹ 7 ਸਿਸਟਰਸ ਜਿਹੜੀਆਂ ਆਉਂਦੀਆਂ ਆਪਣੀਆਂ ਈਸਟਰਨ ਸਾਈਡ 'ਤੇ ਉਹ ਨੇ। ਅੱਛਾ, ਅਗਲਾ ਕੁਐਸਚਨ ਹੈ, ਸਥਾਨਕ ਜਲਵਾਯੂ ਅਤੇ ਮਿੱਟੀ ਦੇ ਅਨੁਸਾਰ ਪੈਦਾ ਹੋਣ ਵਾਲੀ ਕੁਦਰਤੀ ਬਨਸਪਤੀ ਕਿੱਥੇ ਮਿਲਦੀ ਹੈ? ਠੀਕ ਹੈ ਨਾ, ਤਾਂ ਜਿਹੜੀ ਸਥਾਨਕ ਜਲਵਾਯੂ ਅਤੇ ਮਿੱਟੀ ਦੇ ਅਨੁਸਾਰ ਪੈਦਾ ਹੋਣ ਵਾਲੀ ਕੁਦਰਤੀ ਬਨਸਪਤੀ ਆਪਾਂ ਨੂੰ ਬਸਤਰ ਕੋਰਾਪੁਟ 'ਚ ਮਿਲਦੀ ਹੈ, ਉੱਤਰੀ ਹਿਮਾਲਿਆ ਖੇਤਰ 'ਚ ਮਿਲਦੀ ਅਤੇ ਪੱਛਮੀ ਖਾਰ ਮਾਰੂਥਲ 'ਚ ਮਿਲਦੀ ਹੈ। ਤਿੰਨੋਂ ਆਪਸ਼ਨ ਸਹੀ ਨੇ। ਤਾਂ ਆਸਾਨ ਉਪਰੋਕਤ ਸਾਰੇ ਜਾਂ ਲਿਖ ਲਓ ਤਿੰਨੋਂ। ਠੀਕ ਹੈ ਜੀ। ਕਿਹੜੇ? ਬਸਤਰ ਕੋਰਾਪੁਟ, ਉੱਤਰੀ ਹਿਮਾਲਿਆ ਖੇਤਰ ਅਤੇ ਪੱਛਮੀ ਘਾਹ ਮਾਰੂਥਲ। ਠੀਕ ਹੈ ਜੀ, ਉਪਰੋਕਤ ਸਾਰੇ। ਅਗਲਾ ਕਰਦੇ ਹਾਂ ਜੀ। ਅਗਲਾ, ਲਹੂ ਦਬਾਅ ਕੰਟਰੋਲ ਦੀ ਦਵਾਈ ਕਿਸ ਤੋਂ ਤਿਆਰ ਕੀਤੀ ਜਾਂਦੀ ਹੈ? ਬਾਈ ਚਾਂਸ ਤੋਂ ਪਹਿਲੇ ਟਿਕ ਲੱਗਿਆ। ਠੀਕ ਹੈ, ਇਹਦਾ ਸਰਪਗੰਧਾ ਝਾੜੀ। ਕਿੱਥੋਂ? ਸਰਪਗੰਧਾ ਝਾੜੀ ਤੋਂ ਤਿਆਰ ਕੀਤੀ ਜਾਂਦੀ ਹੈ। ਠੀਕ ਹੈ ਜੀ। ਇਹ 2-3 ਕੁਐਸਚਨਸ ਤੋਂ ਪਹਿਲਾਂ ਟਿਕ ਲੱਗਿਆ ਹੈ, ਕੋਈ ਗੱਲ ਨਹੀਂ। ਤਾਂ ਲਹੂ ਦਬਾਅ ਕੰਟਰੋਲ ਦੀ ਦਵਾਈ ਕਿਸ ਤੋਂ ਤਿਆਰ ਕੀਤੀ ਜਾਂਦੀ? ਸਰਪਗੰਧਾ ਝਾੜੀ ਤੋਂ ਤਿਆਰ ਕੀਤੀ ਜਾਂਦੀ ਹੈ। ਅੱਛਾ, ਅਗਲਾ, ਚਮੜਾ ਰੰਗਣ ਵਾਲੇ ਪਦਾਰਥ ਕਿਸ ਤੋਂ ਤਿਆਰ ਕੀਤੇ ਜਾਂਦੇ ਹਨ? ਦੇਖੋ ਚਮੜਾ ਰੰਗਣ ਵਾਲੇ ਪਦਾਰਥ ਮੈਂਗਰੂਵ
ਬਰੇੜਾ ਅਤੇ ਕੱਛ, ਇਹਨਾਂ ਤਿੰਨਾਂ ਤੋਂ ਤਿਆਰ ਕੀਤਾ ਜਾਂਦਾ। ਤਾਂ ਆਨਸਰ ਕੀ ਆਏਗਾ? ਉਪਰੋਕਤ ਸਾਰੇ। ਠੀਕ ਹੈ ਜੀ। ਅਗਲਾ ਕੁਐਸਚਨ, ਲਾਖ ਕਿਸ ਰੁੱਖ ਤੋਂ ਤਿਆਰ ਕੀਤੀ ਜਾਂਦੀ ਹੈ? ਠੀਕ ਹੈ, ਯਾਦ ਰੱਖਣਾ ਹੈ। ਤਾਂ ਲਾਖ ਪੀਪਲ ਦੇ ਰੁੱਖ ਤੋਂ ਤਿਆਰ ਕੀਤੀ ਜਾਂਦੀ ਹੈ। ਤਾਂ ਆਨਸਰ ਕੀ ਆਏਗਾ? ਪੀਪਲ। ਕਿਸ ਤੋਂ ਤਿਆਰ ਕੀਤੀ ਜਾਂਦੀ? ਪੀਪਲ ਦੇ ਰੁੱਖ ਤੋਂ। ਠੀਕ ਹੈ ਜੀ, ਇਹ ਲਾਖ ਤਿਆਰ ਕੀਤੀ ਜਾਂਦੀ ਹੈ, ਪੀਪਲ ਦੇ ਰੁੱਖ ਤੋਂ ਤਿਆਰ ਕੀਤੀ ਜਾਂਦੀ ਹੈ। ਠੀਕ ਹੈ ਜੀ। ਅਗਲਾ, ਦੇਸ਼ ਵਿੱਚ ਜੀਵ ਜੰਤੂਆਂ ਦੀਆਂ ਕਿੰਨੀਆਂ ਕਿਸਮਾਂ ਮਿਲਦੀਆਂ ਹਨ? ਮੇਰੇ ਸਾਹਮਣੇ ਬੜਾ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਆ ਸਕਦਾ ਹੈ। ਤਾਂ ਦੇਸ਼ ਵਿੱਚ ਕਿੰਨੇ ਕਿਸਮ ਦੀਆਂ ਜੀਵ ਜੰਤੂਆਂ ਦੀਆਂ ਕਿਸਮਾਂ ਮਿਲਦੀਆਂ ਨੇ? ਤਾਂ 76,000। ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ, ਜ਼ਰੂਰ ਲਿਖ ਲਿਆ ਜੇ। ਵੈਰੀ ਇੰਪੋਰਟੈਂਟ। ਜਿਹੜਾ ਵੈਰੀ ਇੰਪੋਰਟੈਂਟ ਤੁਹਾਨੂੰ ਦੱਸਿਆ ਜਾਵਾਂਗਾ, ਜਿਹਦੇ ਆਉਣ ਦੇ ਚਾਂਸ ਜ਼ਿਆਦਾ ਨੇ। ਠੀਕ ਹੈ। ਅਗਲਾ, ਜੰਗਲੀ ਗਧੇ ਕਿੱਥੇ ਮਿਲਦੇ ਨੇ? ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਜੰਗਲੀ ਗਧੇ ਮਿਲਦੇ ਨੇ ਕੱਛ ਦੀ ਖਾੜੀ 'ਚ। ਕਿੱਥੇ ਮਿਲਦੇ ਨੇ? ਕੱਛ ਦੀ ਖਾੜੀ 'ਚ, ਜਾਂ ਆਪਾਂ ਨੂੰ ਕਹਿ ਸਕਦੇ ਹਾਂ ਗਲਫ ਆਫ ਕੱਛ। ਗਲਫ ਤੋਂ ਗਧਾ ਯਾਦ ਰੱਖਿਆ ਜੇ, ਗਲਫ ਆਫ ਕੱਛ ਤਾਂ ਗਲਫ ਤੋਂ ਗਧਾ। ਠੀਕ ਹੈ ਜੀ, ਯਾਦ ਰਹੇਗਾ ਸਾਰਿਆਂ ਨੂੰ। ਅੱਛਾ, ਅਗਲਾ, ਸ਼ੇਰ ਕਿਹੜੇ ਦੇਸ਼ਾਂ 'ਚ ਮਿਲਦੇ? ਦੇਖੋ, ਸ਼ੇਰ ਇੱਕ ਤਾਂ ਅਫਰੀਕਾ 'ਚ ਮਿਲਦੇ, ਇੱਕ ਭਾਰਤ 'ਚ ਮਿਲਦੇ, ਦੋਨਾਂ 'ਚ ਮਿਲਦੇ ਨੇ। ਠੀਕ ਹੈ, ਅਫਰੀਕਾ 'ਚ ਵੀ ਮਿਲਦੇ ਨੇ, ਠੀਕ ਹੈ, ਅਤੇ ਇੰਡੀਆ 'ਚ ਵੀ ਮਿਲਦੇ ਨੇ, ਦੋਵਾਂ 'ਚ ਮਿਲਦੇ ਨੇ। ਠੀਕ ਹੈ ਜੀ। ਅੱਗੇ, ਸੌਰੀ, ਅੱਗੇ ਕਰਦੇ ਹਾਂ। ਭਾਰਤ ਦਾ ਰਾਸ਼ਟਰੀ ਜੀਵ ਕਿਹੜਾ ਹੈ? ਦੇਖੋ, ਭਾਰਤ ਦੇ ਦੋਨੋਂ ਰਾਸ਼ਟਰੀ ਜੀਵ ਨੇ, ਸ਼ੇਰ ਵੀ ਰਾਸ਼ਟਰੀ ਜੀਵ ਹੈ ਅਤੇ ਮੋਰ ਵੀ। ਤਾਂ ਭਾਰਤ ਦੇ ਦੋਨੋਂ ਹੀ ਰਾਸ਼ਟਰੀ ਜੀਵ ਨੇ। ਠੀਕ ਹੈ ਜੀ। ਅਗਲਾ ਕੁਐਸਚਨ, ਭਾਰਤ ਦਾ ਪ੍ਰਤੀ ਵਿਅਕਤੀ ਜੰਗਲ ਹੇਠ ਕਿੰਨਾ ਖੇਤਰ ਆਉਂਦਾ? ਥੋੜ੍ਹੀ ਦੇਰ ਪਹਿਲਾਂ ਕੀਤਾ ਸੀ, ਤੁਹਾਨੂੰ ਯਾਦ ਹੋਣਾ ਚਾਹੀਦਾ। ਪ੍ਰਤੀ ਵਿਅਕਤੀ ਹੇਠ ਕਿੰਨਾ ਆਏਗਾ? ਹੁਣ ਕੀਤਾ ਸੀ ਆਪਾਂ 0.14%, ਜਿਹੜਾ ਤੁਹਾਨੂੰ ਕਿਹਾ ਸੀ ਬਹੁਤ ਥੋੜ੍ਹਾ ਹੈ। ਠੀਕ ਹੈ ਜੀ, ਨਾਲ ਟੈਸਟ ਹੋ ਜਾਏਗਾ ਆਪਣਾ, ਤਾਂ ਕੁਛ ਕੁਐਸਚਨ ਰਿਪੀਟ ਹੋਣਗੇ, ਆਪਾਂ ਨੂੰ ਯਾਦ ਵੀ ਹੋ ਜਾਣਗੇ। ਅਗਲਾ, ਦੇਖੋ, ਇਹ ਜਿਹੜਾ ਕੁਐਸਚਨ ਕਰਾ ਰਿਹਾ, ਇਹਨੂੰ ਪੇਪਰ ਵਾਲੇ ਦਿਨ ਜ਼ਰੂਰ ਪੜ੍ਹ ਕੇ ਜਾਇਆ ਜੇ। ਠੀਕ ਹੈ, ਪੇਪਰ ਵਾਲੇ ਦਿਨ ਪੜ੍ਹੋਗੇ ਤਾਂ ਫਿਰ ਤੁਹਾਡਾ ਸਾਰਾ ਰਿਪੀਟ ਹੋ ਜਾਏਗਾ। ਪੇਪਰ ਜਿਵੇਂ ਕੁਐਸਚਨ ਲਿਖੋਗੇ, ਦੇਖੋ ਆਉਣਾ ਇਹਨਾਂ ਵਿੱਚੋਂ ਹੀ ਹੈ, ਬਾਹਰ ਕੁਛ ਨਹੀਂ ਆਉਣਾ। ਤੁਸੀਂ ਬਸ ਇਹ ਕੁਐਸਚਨ ਕਰ ਲਓ, ਅੰਦਰ ਤੋਂ ਬਾਹਰ ਕੁਛ ਨਹੀਂ ਮਿਲੇਗਾ ਤੁਹਾਨੂੰ, ਤਾਂ ਤੁਹਾਨੂੰ ਉਹਦਾ ਫਾਇਦਾ ਹੋਏਗਾ ਇਹਦਾ। ਠੀਕ ਹੈ। ਅਗਲਾ, ਭਾਰਤ ਵਿੱਚ ਵਨ ਜੀਵਨ ਸੁਰੱਖਿਆ ਨਿਯਮ ਕਦੋਂ ਬਣਾਇਆ ਗਿਆ? ਅਤੇ ਭਾਰਤ ਵਿੱਚ ਵਨ ਜੀਵਨ ਸੁਰੱਖਿਆ ਨਿਯਮ 1972 'ਚ ਬਣਾਇਆ ਗਿਆ। ਕਦੋਂ? 1972 'ਚ, 1972 ਵਿੱਚ ਬਣਾਇਆ ਗਿਆ। ਠੀਕ ਹੈ ਜੀ। ਅਗਲਾ, ਮਿੱਟੀ ਦੀਆਂ ਕਿੰਨੀਆਂ ਮੁੱਖ ਕਿਸਮਾਂ ਹਨ? ਦੇਖੋ, ਮਿੱਟੀ ਦੀਆਂ ਕੁੱਲ 8 ਮੁੱਖ ਕਿਸਮਾਂ ਹਨ। ਕਿੰਨੀਆਂ ਮੁੱਖ ਕਿਸਮਾਂ ਹਨ? 8। ਸੌਰੀ, ਦੁਬਾਰਾ ਕਰਦਾ। ਮਿੱਟੀ ਦੀਆਂ ਮੁੱਖ ਕਿੰਨੀਆਂ ਕਿਸਮਾਂ ਹਨ? ਮਿੱਟੀ ਦੀਆਂ ਮੁੱਖ 8 ਕਿਸਮਾਂ ਹਨ। ਠੀਕ ਹੈ ਜੀ। ਅਗਲਾ, ਆਹ ਕੁਐਸਚਨ ਵੀ ਇੰਪੋਰਟੈਂਟ ਕੁਐਸਚਨ ਹੈ। ਜਲੋੜ੍ਹ ਮਿੱਟੀ ਵਿੱਚ ਕਿਸ ਤੱਤ ਦੀ ਕਮੀ ਹੁੰਦੀ ਹੈ? ਤਾਂ ਜਲੋੜ੍ਹ ਮਿੱਟੀ ਵਿੱਚ ਨਾਈਟ੍ਰੋਜਨ ਦੀ ਕਮੀ ਹੁੰਦੀ ਹੈ। ਕਿਹਦੀ ਕਮੀ ਹੁੰਦੀ ਹੈ? ਨਾਈਟ੍ਰੋਜਨ ਦੀ। ਠੀਕ ਹੈ, ਯਾਦ ਰੱਖਣਾ, ਜਲੋੜ੍ਹ ਮਿੱਟੀ ਵਿੱਚ ਨਾਈਟ੍ਰੋਜਨ ਦੀ ਕਮੀ ਹੁੰਦੀ ਹੈ। ਅਗਲਾ, ਕਿਹੜੇ ਸੰਘੀ ਖੇਤਰ ਮਤਲਬ ਯੂਨੀਅਨ ਟੈਰੀਟਰੀ ਵਿੱਚ ਸਭ ਤੋਂ ਵੱਧ ਜੰਗਲ ਖੇਤਰੀ ਪਾਇਆ ਜਾਂਦਾ? ਦੇਖੋ, ਦਿੱਲੀ 'ਚ ਸਭ ਨਾਲੋਂ ਘੱਟ ਪਾਇਆ ਜਾਂਦਾ। ਠੀਕ ਹੈ, ਲੱਦਾਖ ਦੇ ਉੱਪਰ ਉੱਥੇ ਵੱਧ ਹੁੰਦਾ, ਚੰਡੀਗੜ੍ਹ 'ਚ ਬਹੁਤ ਹੁੰਦਾ, ਪਰ ਸਭ ਨਾਲੋਂ ਜ਼ਿਆਦਾ ਕਿੱਥੇ ਮਿਲੇਗਾ ਆਪਾਂ ਨੂੰ? ਅੰਡੇਮਾਨ ਐਂਡ ਨਿਕੋਬਾਰ 'ਚ। ਤਾਂ ਸਭ ਨਾਲੋਂ ਜ਼ਿਆਦਾ ਕਿੱਥੇ ਮਿਲਿਆ ਜਾਂਦਾ? ਅੰਡੇਮਾਨ ਐਂਡ ਨਿਕੋਬਾਰ 'ਚ ਜੰਗਲੀ ਖੇਤਰ ਪਾਇਆ ਜਾਂਦਾ। ਅਗਲਾ, ਕਾਲੀ ਮਿੱਟੀ ਵਿੱਚ ਕਿਹੜਾ ਤੱਤ ਭਰਪੂਰ ਮਾਤਰਾ ਵਿੱਚ ਹੁੰਦਾ? ਦੇਖੋ, ਕਾਲੀ ਮਿੱਟੀ ਵਿੱਚ ਪੋਟਾਸ਼ ਵੀ ਸਭ ਨਾਲੋਂ ਜ਼ਿਆਦਾ ਹੁੰਦਾ, ਲੋਹਾ ਵੀ ਮਤਲਬ ਆਇਰਨ ਵੀ ਵੱਧ ਹੁੰਦਾ, ਐਲਮੀਨੀਅਮ ਵੀ ਬਹੁਤ ਹੁੰਦਾ। ਤਾਂ ਆਹ ਤਿੰਨੋਂ ਹੀ ਇਹਦੇ 'ਚ ਬਹੁਤ ਪਾਇਆ ਜਾਂਦਾ। ਦਾ ਆਨਸਰ ਕੀ ਆਏਗਾ? ਉਪਰੋਕਤ ਸਾਰੇ। ਮਤਲਬ ਤੁਹਾਨੂੰ ਪੋਟਾਸ਼ੀਅਮ ਵੀ ਮਿਲੇਗਾ, ਠੀਕ ਹੈ ਜੀ, ਪੋਟਾਸ਼ੀਅਮ ਵੀ ਮਿਲੇਗਾ, ਤੁਹਾਨੂੰ ਲੋਹਾ ਵੀ ਮਿਲੇਗਾ, ਠੀਕ ਹੈ ਜੀ, ਅਤੇ ਤੁਹਾਨੂੰ ਐਲੂਮੀਨੀਅਮ ਵੀ ਮਿਲੇਗਾ। ਤਿੰਨੋਂ ਹੀ ਤੁਹਾਨੂੰ ਬਹੁਤ ਮਾਤਰਾ ਵਿੱਚ ਮਿਲਣਗੇ। ਠੀਕ ਹੈ ਜੀ। ਚਲੋ ਅਗਲਾ ਕਰਦੇ ਹਾਂ। ਕਪਾਹ ਦੀ ਫਸਲ ਲਈ ਕਿਹੜੀ ਮਿੱਟੀ ਚੰਗੀ ਹੁੰਦੀ ਹੈ? ਦੇਖੋ, ਕਪਾਹ ਦੀ ਫਸਲ ਲਈ, ਇਹ ਵੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ। ਤਾਂ ਕਪਾਹ ਦੀ ਫਸਲ ਲਈ ਕਾਲੀ ਮਿੱਟੀ ਬਹੁਤ ਜ਼ਰੂਰੀ ਹੁੰਦੀ ਹੈ। ਠੀਕ ਹੈ ਜੀ। ਕਿਹੜੀ? ਕਾਲੀ ਮਿੱਟੀ। ਠੀਕ ਹੈ ਜੀ। ਕਪਾਹ ਦੀ ਫਸਲ ਲਈ ਕਿਹੜੀ ਮਿੱਟੀ ਜ਼ਰੂਰੀ ਹੁੰਦੀ ਹੈ? ਕਪਾਹ ਦੀ ਫਸਲ ਲਈ ਕਾਲੀ ਮਿੱਟੀ ਬਹੁਤ ਚੰਗੀ ਹੁੰਦੀ ਹੈ। ਠੀਕ ਹੈ ਜੀ, ਯਾਦ ਰੱਖਣਾ ਹੈ, ਵੈਰੀ ਇੰਪੋਰਟੈਂਟ ਕੁਐਸਚਨ ਹੈ। ਅਗਲਾ, ਮਾਰੂਥਲੀ ਮਿੱਟੀ ਨੂੰ ਹੋਰ ਕੀ ਕਿਹਾ ਜਾਂਦਾ ਹੈ? ਜਿਹੜੀ ਮਾਰੂਥਲੀ ਮਿੱਟੀ ਹੈ ਉਹਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਮਾਰੂਥਲੀ ਮਿੱਟੀ ਨੂੰ ਹੋਰ ਸਿਰੋਜ਼ਮ, ਕੀ ਕਹਿੰਦੇ ਨੇ? ਸਿਰੋਜ਼ਮ। ਮਾਰੂਥਲੀ ਮਿੱਟੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਸਿਰੋਜ਼ਮ ਮਿੱਟੀ ਦੇ ਨਾਮ ਨਾਲ ਜਾਣਿਆ ਜਾਂਦਾ। ਯਾਦ ਰੱਖਿਆ ਜੀ, ਮਾਰੂਥਲੀ ਮਿੱਟੀ ਨੂੰ ਸਿਰੋਜ਼ਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਅਗਲਾ, ਸੰਘੀ ਖੇਤਰਾਂ ਵਿੱਚ ਸਭ ਤੋਂ ਘੱਟ ਜੰਗਲ ਕਿੱਥੇ ਮਿਲਦੇ ਹਨ? ਇਹ ਵੀ ਮੈਂ ਤੁਹਾਨੂੰ ਹੁਣੇ ਕਰਾਇਆ। ਸੰਘੀ ਖੇਤਰਾਂ ਵਿੱਚ ਸਭ ਨਾਲੋਂ ਘੱਟ ਕਿੱਥੇ ਮਿਲਦੇ ਨੇ? ਸੰਘੀ ਖੇਤਰਾਂ ਸਭ ਨਾਲੋਂ ਘੱਟ ਮਿਲਦੇ ਨੇ ਦਿੱਲੀ 'ਚ। ਕਿੱਥੇ ਮਿਲਦੇ ਨੇ? ਦਿੱਲੀ ਵਿੱਚ। ਠੀਕ ਹੈ ਜੀ, ਕਿਉਂਕਿ ਦਿੱਲੀ 'ਚ ਪਾਪੂਲੇਸ਼ਨ ਬੜੀ ਜ਼ਿਆਦਾ, ਇਸ ਕਰਕੇ ਸੰਘੀ ਖੇਤਰਾਂ ਸਭ ਨਾਲੋਂ ਘੱਟ ਜੰਗਲ ਕਿੱਥੇ ਪਾਇਆ ਜਾਂਦਾ? ਦਿੱਲੀ 'ਚ ਪਾਇਆ ਜਾਂਦਾ।
ठीक है जी। अगला, देश ਦੀ कुल मिट्टी ਖੇਤਰ ਵਿੱਚ ਪਰਬਤੀ ਮਿੱਟੀ ਕਿੰਨੇ ਹਿੱਸੇ ਵਿੱਚ ਮਿਲਦੀ ਹੈ। ਦੇਖੋ ਜਿਹੜੇ ਆਪਣੇ ਦੇਸ਼ ਦੇ ਟੋਟਲ ਪੂਰੇ ਇੰਡੀਆ 'ਚ ਜਿਹੜੀ ਦੇਸ਼ ਦੀ ਕੁੱਲ ਮਿੱਟੀ ਦਾ ਖੇਤਰ ਵਿੱਚ ਪਰਬਤੀ ਮਿੱਟੀ ਕਿੰਨੇ ਹਿੱਸਿਆਂ ਵਿੱਚ ਮਿਲਦੀ ਹੈ। ਤਾਂ ਪਰਬਤੀ ਮਿੱਟੀ ਆਪਾਂ ਨੂੰ 7.2 ਕਿੰਨੇ 7.2% ਹਿੱਸੇ 'ਚ ਆਪਾਂ ਨੂੰ ਪਰਬਤੀ ਮਿੱਟੀ ਮਿਲਦੀ। ਪੂਰੇ ਦੇਸ਼ ਦਾ ਅਗਰ 100% ਹਿੱਸਾ ਹੁਣ ਵੰਡੀ ਆਪਾਂ ਤਾਂ 7.2% 'ਚ ਆਪਾਂ ਨੂੰ ਕਿਹੜੀ ਮਿਲੇਗੀ, ਪਰਬਤੀ ਮਿੱਟੀ ਮਿਲੇਗੀ। ਠੀਕ ਹੈ, ਯਾਦ ਰੱਖਣਾ 7.2%। ਅਗਲਾ, ਜਲ ਹਾਇਆ ਗ੍ਰੰਥ ਪੌਦੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ, ਵੈਰੀ ਇੰਪੋਰਟੈਂਟ। ਇਹ ਆਸਕ ਦਾ ਪੇਪਰ 'ਚ। ਜਲ ਹਾਇਆ ਗ੍ਰੰਥ ਪੌਦੇ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਤਾਂ ਜਲ ਹਾਇਆ ਗ੍ਰੰਥ ਪੌਦੇ ਨੂੰ ਬੰਗਾਲ ਦਾ ਡਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ, ਬੰਗਾਲ ਦਾ ਡਰ। ਠੀਕ ਹੈ ਜੀ। ਅਗਲਾ, ਵਾਤਾਵਰਨ ਸੰਤੁਲਨ ਬਣਾਏ ਰੱਖਣ ਲਈ ਧਰਤੀ 'ਤੇ ਕਿੰਨੇ ਪ੍ਰਤੀਸ਼ਤ ਭਾਗ ਉੱਪਰ ਜੰਗਲ ਹੋਣਾ ਜ਼ਰੂਰੀ ਹੈ। ਇਹ ਸਵਾਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਤੁਹਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਹੈ। ਕਿੰਨੇ ਪ੍ਰਤੀਸ਼ਤ 33%। ਕਿੰਨਾ 33% ਜੰਗਲ ਹੋਣਾ ਜ਼ਰੂਰੀ ਹੈ, ਯਾਦ ਰੱਖਣਾ ਸਾਰਿਆਂ ਨੇ। ਠੀਕ ਹੈ, ਜਿਹੜੇ ਕੁਐਸਚਨ ਰਿਪੀਟ ਹੋ ਰਹੇ ਨੇ ਇੰਪੋਰਟੈਂਟ ਨੇ ਤਾਂ ਰਿਪੀਟ ਹੋ ਰਹੇ ਨੇ। ਕਾਨੂੰਨੀ ਸੁਰੱਖਿਆ ਦੇ ਪੱਖੋਂ ਵਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਦੇਖੋ, ਕਾਨੂੰਨੀ ਸੁਰੱਖਿਆ ਦੇ ਪੱਖੋਂ ਆਪਾਂ ਨੂੰ ਟੋਟਲ 3 ਭਾਗਾਂ ਵਿੱਚ ਵੰਡ ਸਕਦੇ ਹਾਂ। ਕਿੰਨੇ ਭਾਗਾਂ ਵਿੱਚ, 3 ਭਾਗਾਂ ਵਿੱਚ। ਇੱਕ ਸੁਰੱਖਿਅਤ, ਇੱਕ ਰੱਖਿਅਤ, ਇੱਕ ਅਣਵੰਡੇ। 3 ਭਾਗਾਂ ਵਿੱਚ ਵੰਡ ਸਕਦੇ ਹਾਂ, ਸੁਰੱਖਿਅਤ, ਰੱਖਿਅਤ ਅਤੇ ਅਣਵੰਡੇ ਜੰਗਲ। ਠੀਕ ਹੈ ਜੀ। ਅੱਗੇ, ਭਾਰਤੀ ਵਿੱਚ ਜੰਗਲ ਹੇਠ ਸਭ ਤੋਂ ਵੱਧ ਖੇਤਰ ਕਿਸ ਰਾਜ ਵਿੱਚ ਮਿਲਦਾ ਹੈ। ਇਹ ਵੀ ਆਪਾਂ ਥੋੜ੍ਹੀ ਦੇਰ ਪਹਿਲਾਂ ਕੀਤਾ, ਇੰਪੋਰਟੈਂਟ ਕੁਐਸਚਨ ਹੈ ਤਾਂ ਦੁਬਾਰਾ ਰਿਪੀਟ ਹੋਇਆ। ਤਾਂ ਪਤਾ ਪੜਿਆ ਸੀ ਸਾਨੂੰ ਪਹਿਲਾਂ ਕਿੰਨੇ ਸਭ ਤੋਂ ਜ਼ਿਆਦਾ ਤ੍ਰਿਪੁਰਾ 'ਚ ਸਭ ਤੋਂ ਜ਼ਿਆਦਾ ਜੰਗਲ ਮਿਲਦਾ ਆਪਾਂ ਨੂੰ, ਤ੍ਰਿਪੁਰਾ। ਠੀਕ ਹੈ। ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਖੇਤਰ ਉੱਪਰ ਜੰਗਲ ਪਾਏ ਜਾਂਦੇ ਹਨ। ਇਹ ਵੀ ਆਪਾਂ ਪਹਿਲਾਂ ਕਰ ਚੁੱਕੇ ਹਾਂ। ਕਿੰਨੇ ਪ੍ਰਤੀਸ਼ਤ ਖੇਤਰ ਉੱਤੇ ਜੰਗਲ ਪਾਏ ਜਾਂਦੇ ਨੇ, 22.7% ਜੰਗਲੀ ਖੇਤਰ ਪਾਇਆ ਜਾਂਦਾ। ਦੁਨੀਆ 'ਚ ਕਿੰਨਾ ਸੀ, 29 ਪੁਆਇੰਟ ਸਮਥਿੰਗ ਹੈ ਨਾ, ਅਤੇ ਭਾਰਤ ਵਿੱਚ ਕਿੰਨਾ 22.7। ਠੀਕ ਹੈ ਜੀ। ਅਗਲਾ, ਭਾਰਤ ਦੇ ਕਿਸ ਰਾਜ ਵਿੱਚ ਜੰਗਲ ਹੇਠ ਖੇਤਰ ਸਭ ਤੋਂ ਘੱਟ ਆਉਂਦਾ ਹੈ। ਦੇਖੋ, ਭਾਰਤ ਦੇ ਕਿਸ ਰਾਜ 'ਚ, ਮੈਂ ਤੁਹਾਨੂੰ ਦੱਸਿਆ ਸੀ ਪੰਜਾਬ 'ਚ ਬਹੁਤ ਘੱਟ ਹੈ, ਤਾਂ ਆਨਸਰ ਕੀ ਆਏਗਾ, ਪੰਜਾਬ 'ਚ ਸਿਰਫ 2.3%। ਇਹ ਕੁਐਸਚਨ ਵੀ ਇੰਪੋਰਟੈਂਟ ਹੈ ਕਿਉਂਕਿ ਪੰਜਾਬ ਦਾ ਇਸ ਕਰਕੇ ਆ ਸਕਦਾ ਕਿ ਸਭ ਨਾਲ ਘੱਟ ਜੰਗਲ ਕਿਹੜੇ ਰਾਜ 'ਚ ਹੈ, ਤਾਂ ਪੰਜਾਬ 'ਚ। ਦੇਸ਼ ਵਿੱਚ ਸੁਰੱਖਿਅਤ ਵਨ ਖੇਤਰ ਕਿੰਨੇ ਪ੍ਰਤੀਸ਼ਤ ਹੈ। ਵੀ ਦੇਸ਼ ਦਾ ਕਿੰਨਾ ਹਿੱਸਾ ਜਿਹੜਾ ਸੁਰੱਖਿਅਤ ਵਨ ਖੇਤਰ ਹੈ, ਉਹ ਆਪਣਾ 52%। ਕਿੰਨਾ, ਉਹ ਆਪਣਾ 52% ਹਿੱਸਾ ਸੁਰੱਖਿਅਤ ਵਨ ਖੇਤਰ ਹੈ। ਠੀਕ ਹੈ ਜੀ, ਯਾਦ ਰੱਖਣਾ। ਜਿਹੜਾ ਇਹਦੇ 'ਚ ਰੱਖਿਅਤ ਖੇਤਰ ਕਿੰਨਾ ਹੈ, 32%। ਤਾਂ ਅਗਰ ਪੂਰਾ ਪੁੱਛਿਆ ਜਾਵੇ ਸੁਰੱਖਿਅਤ ਕਿੰਨਾ ਹੈ, ਜਾਂ ਬਾਕੀ ਅਣਵੰਡੇ ਰਹਿ ਗਏ, ਤਾਂ ਸੁਰੱਖਿਅਤ ਵਨ ਖੇਤਰ ਕਿੰਨਾ ਹੈ, 52%, 52%। ਠੀਕ ਹੈ ਜੀ। ਅਗਲਾ ਕੁਐਸਚਨ, ਭਾਰਤ ਵਿੱਚ ਕਿੰਨੇ ਕਿਸਮ ਦੇ ਜੀਵ ਜੰਤੂ ਪਾਏ ਜਾਂਦੇ ਨੇ। ਇਹ ਵੀ ਤੁਹਾਨੂੰ ਮੈਂ ਕਿਹਾ ਸੀ ਬੜਾ ਇੰਪੋਰਟੈਂਟ ਕੁਐਸਚਨ ਹੈ, ਤਾਂ ਰਿਪੀਟ ਹੋਇਆ। 76,000 ਜੀਵ ਜੰਤੂ ਦੀਆਂ ਜਾਤੀਆਂ ਪਾਈਆਂ ਜਾਂਦੀਆਂ। ਠੀਕ ਹੈ ਜੀ। ਸੌਰੀ, ਭਾਰਤ ਵਿੱਚ ਜੀਵ ਰਾਖਵੇਂ ਖੇਤਰ ਦੀ ਗਿਣਤੀ ਕਿੰਨੀ ਹੈ। ਆਪਣਾ ਭਾਰਤ ਹੈ, ਇਹਦੇ 'ਚ ਜੀਵ ਰਾਖਵੇਂ ਖੇਤਰ ਮਤਲਬ ਜਿਹੜੇ ਜਿਨ੍ਹਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ ਸਰਕਾਰ ਦੁਆਰਾ, ਉਹ ਕਿੰਨੇ ਨੇ, ਤਾਂ ਉਹ ਨੇ 13। ਕਿੰਨੇ ਨੇ, 13। ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਇਹ ਪੇਪਰ 'ਚ ਆ ਸਕਦਾ, ਲਿਖ ਲਓ। ਵੈਰੀ ਇੰਪੋਰਟੈਂਟ, ਇਹ ਪੇਪਰ 'ਚ ਪੁੱਛਿਆ ਜਾ ਸਕਦਾ। ਭਾਰਤ ਵਿੱਚ ਕਿੰਨੇ ਕਿਸਮ ਦੇ ਪੰਛੀ ਪਾਏ ਜਾਂਦੇ ਨੇ, ਵੈਰੀ ਇੰਪੋਰਟੈਂਟ। ਠੀਕ ਹੈ। ਭਾਰਤ ਵਿੱਚ ਟੋਟਲ 2000 ਟਾਈਪ ਦੇ, ਕਿੰਨੇ, 2000 ਕਿਸਮ ਦੇ ਪੰਛੀ ਪਾਏ ਜਾਂਦੇ ਹਨ, ਯਾਦ ਰੱਖਿਓ। ਵੈਰੀ ਇੰਪੋਰਟੈਂਟ ਕੁਐਸਚਨ ਹੈ। ਅਗਲਾ, ਭਾਰਤੀ ਜੰਗਲ ਸਰਵੇਖਣ ਵਿਭਾਗ ਦਾ ਮੁੱਖ ਦਫ਼ਤਰ ਕਿੱਥੇ ਹੈ। ਦੇਖੋ, ਜਿਹੜੇ ਭਾਰਤੀ ਜੰਗਲ ਸਰਵੇਖਣ ਵਿਭਾਗ ਦਾ ਮੁੱਖ ਦਫ਼ਤਰ ਦੇਹਰਾਦੂਨ 'ਚ ਹੈ। ਕਿੱਥੇ ਹੈ ਜੀ, ਦੇਹਰਾਦੂਨ 'ਚ। ਇਹ ਵੀ ਵੈਰੀ ਇੰਪੋਰਟੈਂਟ ਕੁਐਸਚਨ। ਠੀਕ ਹੈ ਜੀ, ਕਿੱਥੇ ਹੈ, ਦੇਹਰਾਦੂਨ 'ਚ। ਅਗਲਾ, ਕੇਂਦਰੀ ਮਿੱਟੀ ਰੱਖਿਆ ਬੋਰਡ ਨਾਂ ਦੀ ਸੰਸਥਾ ਕਿਸ ਸਾਲ ਬਣਾਈ ਗਈ। ਦੇਖੋ, ਸੋਇਲ ਕੰਜ਼ਰਵੇਸ਼ਨ। ਠੀਕ ਹੈ, ਮਿੱਟੀ ਸੁਰੱਖਿਆ ਬੋਰਡ ਮਤਲਬ ਸੋਇਲ ਕੰਜ਼ਰਵੇਸ਼ਨ। ਇਹਦਾ ਬੋਰਡ ਕਦੋਂ ਬਣਾਇਆ ਗਿਆ, ਇਹਦਾ ਬੋਰਡ 1953 'ਚ ਬਣਾਇਆ ਗਿਆ ਸੀ। ਕਦੋਂ, 1953 'ਚ, 1953 ਵਿੱਚ। ਅਗਲਾ,
ਕਾਜ਼ੀਰੰਗਾ ਜੀਵ ਰਾਖਵਾਂ ਖੇਤਰ ਭਾਰਤ ਦੇ ਕਿਹੜੇ ਰਾਜ ਵਿੱਚ ਹੈ? ਇਹ ਕੁਐਸਚਨ ਵੈਰੀ ਇੱਕ ਵੈਰੀ ਐਕਸਟਰਾ ਪਾਤਾ मैं, ਇੰਨਾ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ ਨਾ। ਕਾਜ਼ੀਰੰਗਾ ਅਸਾਮ 'ਚ, ਇਹ ਵੈਰੀ ਇੰਪੋਰਟੈਂਟ ਹੈ, ਕਰੰਟ ਅਫੇਅਰ ਦਾ ਕੁਐਸਚਨ ਵੀ ਹੈ। ਠੀਕ ਹੈ, ਇਸ ਕਰਕੇ ਕਾਜ਼ੀਰੰਗਾ, ਕਿਉਂਕਿ ਅਸਾਮ 'ਚ 2 ਨਵੇਂ ਹੁਣ ਰਾਖਵੇਂ ਖੇਤਰ ਬਣੇ ਨੇ, ਇਸ ਲਈ ਕਾਜ਼ੀਰੰਗਾ ਜੀਵ ਰਾਖਵਾਂ ਖੇਤਰ ਭਾਰਤ ਦੇ ਕਿਸ ਰਾਜ 'ਚ ਹੈ? ਅਸਾਮ 'ਚ। ਅਗਲਾ, ਭਾਰਤ ਵਿੱਚ ਸਾਰੀ ਬਨਸਪਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਵਿਦੇਸ਼ੀ ਜਾਤੀਆਂ ਤੋਂ ਹੈ? ਇਹ ਵੀ ਆਪਾਂ ਪਹਿਲਾਂ ਕੁਐਸਚਨ ਕਰ ਚੁੱਕੇ ਹਾਂ, ਵੈਰੀ ਇੰਪੋਰਟੈਂਟ ਕੁਐਸਚਨ ਹੈ, ਆਪਾਂ ਪੜ੍ਹਿਆ ਸੀ। ਪਹਿਲਾ ਕੁਐਸਚਨ ਇਹ ਸੀ, ਤਾਂ ਕਿੰਨੇ? 40% ਹਿੱਸਾ ਜਿਹੜਾ ਬਾਹਰਲੇ ਵਿਦੇਸ਼ਾਂ ਤੋਂ ਲਿਆ ਗਿਆ, ਮਤਲਬ ਹਾਈਬ੍ਰਿਡ ਬਨਸਪਤੀ ਆਪਣੇ ਇੱਥੇ ਗਈ। ਠੀਕ ਹੈ ਜੀ। ਅਗਲਾ, ਦੇਸ਼ ਵਿੱਚ ਰਾਖਵੇਂ ਜੰਗਲਾਂ ਦੀ ਸੰਖਿਆ ਕਿੰਨੀ ਹੈ? ਦੇਸ਼ ਵਿੱਚ ਰਾਖਵੇਂ ਜੰਗਲਾਂ ਦੀ ਸੰਖਿਆ ਕਿੰਨੀ ਹੈ? 18। ਕਿੰਨੀ ਹੈ? 18। ਰਾਖਵੇਂ ਜੰਗਲ ਕਿੰਨੇ ਨੇ? 18। ਅੱਗਾ, ਠੀਕ ਹੈ। ਅੱਗੇ, ਪਾਰਥੇਨੀਅਮ ਕਾਦ ਜਾਂ ਕਾਂਗਰਸ ਕਾਹ ਨਾਲ ਕਿਹੜੇ ਰੋਗਾਂ ਵਿੱਚ ਭਾਰੀ ਵਾਧਾ ਹੋਇਆ? ਮੈਂ ਤੁਹਾਨੂੰ ਦੱਸਿਆ ਸੀ, ਇਹਦਾ ਮੇਰੇ ਘਰ ਦੀ ਆਦੀ ਐਗਜ਼ਾਮਪਲ ਹੈ। ਇਹਦੇ 'ਚ ਦੇਖੋ, ਐਲਰਜੀ, ਚਮੜੀ ਅਤੇ ਸਾਹ, ਤਿੰਨੋਂ ਦਿੱਕਤ ਹੁੰਦੀਆਂ ਨੇ। ਠੀਕ ਹੈ, ਤਿੰਨੋਂ। ਤਾਂ ਐਲਰਜੀ, ਚਮੜੀ ਅਤੇ ਸਾਹ, ਇਹਦਾ ਮਤਲਬ ਉਪਰੋਕਤ ਸਾਰੇ। ਠੀਕ ਹੈ, ਜਿੱਥੇ ਕਾਂਗਰਸ ਕਾਹ ਆ ਜਾਏ, ਐਲਰਜੀ, ਚਮੜੀ ਅਤੇ ਸਾਹ, ਤਿੰਨੋਂ ਹੀ ਦਿੱਕਤਾਂ ਹੁੰਦੀਆਂ ਨੇ। ਅੱਛਾ, ਦੇਸ਼ ਦੇ ਕੁੱਲ ਵਨ ਖੇਤਰ ਦਾ ਸਭ ਤੋਂ ਘੱਟ ਹਿੱਸਾ ਕਿੱਥੇ ਮਿਲਦਾ? ਦੇਰ ਟੋਟਲ ਦੇਸ਼ ਦੇ ਵਿੱਚ ਜਿਹੜਾ ਆਪਣਾ ਵਨ ਹਿੱਸਾ ਹੈ, ਸਭ ਨਾਲ ਘੱਟ ਉਹਦਾ ਭਾਗ ਕਿੱਥੇ? ਦੇਖੋ, ਉੱਤਰੀ ਵਿਸ਼ਾਲ ਮੈਦਾਨਾਂ 'ਚ। ਕਿੱਥੇ ਹੈ? ਉੱਤਰੀ ਵਿਸ਼ਾਲ ਮੈਦਾਨਾਂ 'ਚ, ਕਿਉਂਕਿ ਇੱਥੇ ਲੋਕ ਰਹਿੰਦੇ ਜ਼ਿਆਦਾ ਨੇ, ਤਾਂ ਲੋਕ ਰਹਿਣ ਕਰਕੇ ਜੰਗਲ ਕੱਟੇ ਗਏ। ਠੀਕ ਹੈ, ਤਾਂ ਸਭ ਨਾਲ ਘੱਟ ਕਿੱਥੇ ਆਏਗਾ? ਉੱਤਰੀ ਵਿਸ਼ਾਲ ਮੈਦਾਨਾਂ 'ਚ। ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਜੰਗਲੀ ਖੇਤਰ ਸਭ ਤੋਂ ਘੱਟ ਹੈ? ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ। ਕਿਹੜਾ? ਮਾਨਸਾ ਜ਼ਿਲ੍ਹੇ ਵਿੱਚ ਜੰਗਲੀ ਖੇਤਰ ਸਭ ਤੋਂ ਘੱਟ ਹੈ, ਸਿਰਫ 1.26%। ਠੀਕ ਹੈ, 1.26%। ਠੀਕ ਹੈ ਜੀ। ਅੱਗੇ, ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦਾ ਗਠਨ ਕਿਹੜੇ ਸਾਲ ਹੋਇਆ ਸੀ? ਥੋੜ੍ਹੀ ਟਾਈਪਿੰਗ ਯਾਰ ਸਰ, ਲਿਖਣ 'ਚ ਗਲਤੀ ਹੋ ਗਈ। ਕਿਹੜੇ ਸਾਲ 'ਚ ਹੋਇਆ ਸੀ? ਇਹ ਹੋਇਆ ਸੀ 1952 'ਚ। ਕਿੱਥੇ? 1952 'ਚ ਹੋਇਆ ਸੀ। ਠੀਕ ਹੈ ਜੀ। ਸੌਰੀ, ਤਾਂ ਕੁਐਸਚਨ ਕੀ ਸੀ? ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦਾ ਗਠਨ ਕਿੰਨੇ ਸਾਲ ਹੋਇਆ? ਕਿਹੜੇ ਸਾਲ ਹੋਇਆ? ਤਾਂ 1952 ਵਿੱਚ। ਕਦੋਂ ਹੋਇਆ? 1952 'ਚ। ਯਾਦ ਰੱਖਣਾ। ਜਿਹੜਾ ਪਹਿਲਾਂ ਆਪਾਂ ਕੀਤਾ ਸੋਇਲ ਕੰਜ਼ਰਵੇਸ਼ਨ ਵਾਲਾ ਸੀ 1953 ਵਿੱਚ, ਕਿਤੇ ਕਨਫਿਊਜ਼ਨ ਨਾ ਹੋ ਜਾਏ ਤੁਹਾਨੂੰ। ਠੀਕ ਹੈ। ਅਗਲਾ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਕੁਦਰਤੀ ਬਨਸਪਤੀ ਜਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਵੱਧ ਹੈ? ਸਭ ਨਾਲੋਂ ਜ਼ਿਆਦਾ ਕਿੱਥੇ? ਦੇਖੋ, ਪਹਾੜਾਂ 'ਚ ਜਾਂਦੇ ਹਾਂ ਆਪਾਂ, ਤਾਂ ਕਿਹੜੇ ਪਾਸੇ ਜਾਂਦੇ ਹਾਂ? ਪਠਾਨਕੋਟ ਜਾਂ ਹੁਸ਼ਿਆਰਪੁਰ। ਅਤੇ ਹੁਸ਼ਿਆਰਪੁਰ ਰਸਤੇ ਜੰਗਲ ਬਹੁਤ ਆਉਂਦੇ ਨਾ, ਤਾਂ ਆਨਸਰ ਕੀ ਆਏਗਾ? ਹੁਸ਼ਿਆਰਪੁਰ। ਠੀਕ ਹੈ ਜੀ। ਅਗਲਾ ਕੁਐਸਚਨ, ਟੈਂਗਾਂ ਦੇ ਜੰਗਲ ਕਿਹੜੇ ਹੁੰਦੇ ਹਨ? ਦੇਖੋ, ਜਿਨ੍ਹਾਂ ਦੇ ਪੱਤੇ ਨੁਕੀਲੇ ਹੁੰਦੇ ਨੇ, ਉਹਨਾਂ ਨੂੰ ਟੈਂਗਾਂ ਦੇ ਜੰਗਲ ਕਹਿੰਦੇ। ਤਾਂ ਨੁਕੀਲੇ ਪੱਤਿਆਂ ਵਾਲੇ ਜੰਗਲ ਕਿਹੜੇ? ਨੁਕੀਲੇ ਪੱਤਿਆਂ ਵਾਲੇ ਜੰਗਲ। ਇਹ ਸੀ ਆਪਸ਼ਨ ਇਹਦਾ ਕਰੈਕਟ ਹੈ। ਠੀਕ ਹੈ, ਨੁਕੀਲੇ ਪੱਤਿਆਂ ਵਾਲੇ ਜੰਗਲ। ਅਗਲਾ, ਭਾਰਤੀ ਬਨਸਪਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ? ਜਾਂ ਭਾਰਤੀ ਬਨਸਪਤੀ ਕਿੰਨੇ ਭਾਗਾਂ 'ਚ ਵੰਡ ਸਕਦੇ ਹਾਂ ਆਪਾਂ? ਇਹਨੂੰ ਆਪਾਂ ਟੋਟਲ 5 ਭਾਗਾਂ ਵਿੱਚ ਵੰਡ ਸਕਦੇ ਹਾਂ। ਠੀਕ ਹੈ ਜੀ। ਊਸ਼ਨ ਸਦਾਬਹਾਰ, ਮੌਨਸੂਨੀ, ਖੁਸ਼ਕ ਬਨਸਪਤੀ, ਜਾਂ ਜਵਾਰ, ਜਾਂ ਮੈਂਗਰੂਵ ਬਨਸਪਤੀ ਕਹਿ ਲਓ, ਜਾਂ ਪਰਬਤੀ ਬਨਸਪਤੀ। ਤਾਂ ਟੋਟਲ 5 ਨੇ। ਊਸ਼ਨ ਸਦਾਬਹਾਰ ਪਹਿਲੀ, ਮੌਨਸੂਨੀ ਬਨਸਪਤੀ ਦੂਸਰੀ, ਖੁਸ਼ਕ ਬਨਸਪਤੀ ਤੀਸਰੀ, ਅਤੇ ਜਵਾਰ ਬਨਸਪਤੀ ਜਾਂ ਮੈਂਗਰੂਵ ਬਨਸਪਤੀ, ਇਹਨੂੰ ਇੱਕੋ ਨਾਮ ਹੀ ਹੈ। ਠੀਕ ਹੈ, ਚੌਥੀ ਜਾਂ ਪੰਜਵੀਂ ਪਰਬਤੀ ਬਨਸਪਤੀ। ਤਾਂ ਟੋਟਲ 5 ਭਾਗਾਂ ਵਿੱਚ ਆਪਾਂ ਇਹਨੂੰ ਵੰਡ ਸਕਦੇ ਹਾਂ। ਠੀਕ ਹੈ ਜੀ। ਅਗਲਾ, ਰਾਜਸਥਾਨ ਵਿੱਚ ਕਿਹੜੀ ਬਨਸਪਤੀ ਹੁੰਦੀ? ਦੇਖੋ, ਰਾਜਸਥਾਨ 'ਚ ਆਪਾਂ ਜਾਂਦੇ ਹਾਂ ਤਾਂ ਕੰਡੇ ਜ਼ਿਆਦਾ ਮਿਲਦੇ ਨੇ, ਤਾਂ ਕੰਡਿਆਲੀ। ਕਿਹੜੀ ਮਿਲੇਗੀ? ਕੰਡਿਆਲੀ। ਠੀਕ ਹੈ ਜੀ। ਅਗਲਾ, ਵਨ ਮਹੋਤਸਵ, ਸਹੀ ਹੈ, ਵਨ ਮਹੋਤਸਵ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ? ਤਾਂ ਵਨ ਮਹੋਤਸਵ ਜੁਲਾਈ ਦੇ ਮਹੀਨੇ 'ਚ ਮਨਾਇਆ ਜਾਂਦਾ ਹੈ। ਕਿਹੜੇ ਮਹੀਨੇ 'ਚ? ਜੁਲਾਈ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਠੀਕ ਹੈ ਜੀ। ਅਗਲਾ, ਭਾਰਤ ਦੇ ਕੁੱਲ ਖੇਤਰ ਦਾ ਕਿੰਨਾ ਹਿੱਸਾ ਵਨਾਂ ਹੇਠ ਹੈ? ਤਾਂ ਭਾਰਤ ਦੇ ਖੇਤਰ ਦਾ ਕੁੱਲ 1/4 ਹਿੱਸਾ। ਕਿੰਨਾ? 1/4 ਹਿੱਸਾ ਵਨਾਂ ਹੇਠ ਹੈ। ਤਾਂ 1/4। ਠੀਕ ਹੈ, ਮਤਲਬ 25% ਹਿੱਸਾ ਵਨਾਂ ਹੇਠ ਹੈ। ਠੀਕ ਹੈ। ਅਗਲਾ, ਪੜ੍ਹਿਆ ਸੀ ਨਾ ਆਪਾਂ 22 ਪੁਆਇੰਟ ਕੁਛ ਹਿੱਸਾ ਆਉਂਦਾ, ਹੁਣ 33% ਚਾਹੀਦਾ ਪਰ ਆਉਂਦਾ 22 ਪੁਆਇੰਟ ਕੁਛ ਹੈ, ਤਾਂ ਇਹ ਕਿਹਦੇ ਹੇਠ ਹੈ? ਵਨਾਂ ਹੇਠ ਹੈ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਹਿਮਾਲਿਆ ਬਨਸਪਤੀ ਦੀ ਜਾਤੀ ਨਹੀਂ ਹੈ? ਇਹਨਾਂ ਵਿੱਚੋਂ ਕਿਹੜੀ ਹਿਮਾਲਿਆ ਬਨਸਪਤੀ ਦੀ ਜਾਤੀ ਨਹੀਂ ਹੈ?
ਤਾਂ ਜਿਹੜੀ ਕਿਹੜੀ ਹੈ ਜੀ ਮੈਰੋਗਨੀ, ਕਿਹੜੀ ਮੈਰੋਗਨੀ, ਇਹ ਹਿਮਾਲਿਆ ਬਨਸਪਤੀ ਦੀ ਜਾਤੀ ਨਹੀਂ ਹੈ। ਤਾਂ ਮੈਰੋਗਨੀ ਹਿਮਾਲਿਆ ਪਰਬਤੀ ਦੀ ਬਨਸਪਤੀ ਦੀ ਜਾਤੀ ਨਹੀਂ ਹੈ ਜੀ। ਅਗਲਾ, ਜਵਾਰੀ ਬਨਸਪਤੀ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਜਿਹੜੀ ਜਵਾਰੀ ਬਨਸਪਤੀ ਹੈ ਉਹਦਾ ਦੂਸਰਾ ਨਾਮ ਕੀ ਹੈ? ਤਾਂ ਜਵਾਰੀ ਬਨਸਪਤੀ ਨੂੰ ਦਲਦਲੀ ਬਨਸਪਤੀ ਵੀ ਕਹਿੰਦੇ ਨੇ, ਸੁੰਦਰੀ ਬਨਸਪਤੀ ਵੀ ਕਹਿੰਦੇ ਨੇ, ਅਤੇ ਮੈਂਗਰੂਵ ਬਨਸਪਤੀ ਵੀ ਕਹਿੰਦੇ ਨੇ। ਤਾਂ ਇਸ ਕਰਕੇ ਇਹਦਾ ਆਂਸਰ ਆਏਗਾ ਉਪਰੋਕਤ ਸਾਰੇ, ਤਿੰਨੋਂ ਹੀ ਜਵਾਰੀ ਬਨਸਪਤੀ ਦੇ ਨਾਮ ਨੇ। ਠੀਕ ਹੈ ਜੀ। ਤਾਂ ਜਵਾਰੀ ਬਨਸਪਤੀ, ਦਲਦਲੀ ਬਨਸਪਤੀ, ਸੁੰਦਰੀ ਬਨਸਪਤੀ ਅਤੇ ਮੈਂਗਰੂਵ ਬਨਸਪਤੀ, ਤਿੰਨਾਂ ਨੂੰ ਕਿਹਾ ਜਾਂਦਾ ਹੈ। ਭਾਰਤ ਵਿੱਚ ਸ਼ੇਰ ਕਿਹੜੇ ਕਿਹੜੇ ਸਥਾਨ 'ਤੇ ਵਧੇਰੇ ਮਿਲਦੇ ਹਨ? ਤਾਂ ਭਾਰਤ ਵਿੱਚ ਜਿਹੜੇ ਸ਼ੇਰ ਨੇ ਉਹ ਜ਼ਿਆਦਾਤਰ ਗਿਰ ਦੇ ਜੰਗਲਾਂ 'ਚ, ਕਿੱਥੇ? ਗਿਰ ਦੇ ਜੰਗਲਾਂ ਵਿੱਚ ਮਿਲਦੇ ਨੇ। ਠੀਕ ਹੈ ਜੀ। ਅਗਲੇ, ਰਬੜ, ਬਾਂਸ, ਨਾਰੀਅਲ, ਰੋਜ਼ਵੁੱਡ ਆਦਿ ਕਿਸ ਤਰ੍ਹਾਂ ਦੀ ਬਨਸਪਤੀ ਹੈ? ਦੇਖੋ ਯਾਦ ਰੱਖਿਆ ਜੇ, ਇਹ ਬੜੀ ਇੰਪੋਰਟੈਂਟ ਕੁਐਸਚਨ ਹੈ। ਇਹ ਊਸ਼ਣ ਸਦਾਬਹਾਰ ਬਨਸਪਤੀ, ਕਿਹੜੀ ਹੈ ਜੀ? ਊਸ਼ਣ ਸਦਾਬਹਾਰ ਬਨਸਪਤੀ। ਠੀਕ ਹੈ ਜੀ। ਅਗਲਾ, ਫਰਨੀਚਰ, ਸਮੁੰਦਰੀ ਜਹਾਜ਼ ਆਦਿ ਬਣਾਉਣ ਲਈ ਕਿਹੜੀ ਲੱਕੜੀ ਦੀ ਸਭ ਤੋਂ ਚੰਗੀ? ਆਪਾਂ ਕਈ ਵਾਰੀ ਆਪਾਂ ਘਰ ਵਾਸਤੇ ਲੈਣ ਜਾਂਦੇ ਹਾਂ, ਆਪਾਂ ਜਦੋਂ ਕੋਈ ਲੱਕੜ ਤਾਂ ਸਾਰੇ ਕਹਿੰਦੇ ਨੇ ਸਾਗਵਾਨ ਦੀ ਬੜੀ ਵਧੀਆ ਹੁੰਦੀ ਹੈ। ਤਾਂ ਆਂਸਰ ਕੀ ਆਏਗਾ? ਸਾਗਵਾਨ। ਠੀਕ ਹੈ ਜੀ। ਕਿਹੜਾ? ਸਾਗਵਾਨ ਬੈਸਟ ਹੈ। ਠੀਕ ਹੈ ਜੀ। ਅਗਲਾ, ਭਾਰਤ ਵਨ ਜੀਵਨ ਸੁਰੱਖਿਆ ਨਿਯਮ ਕਦੋਂ ਬਣਾਏ ਗਏ? ਇਹ ਵੀ ਆਪਾਂ ਥੋੜ੍ਹੀ ਦੇਰ ਪਹਿਲਾਂ ਹੀ ਪੜ੍ਹਿਆ। ਤਾਂ ਭਾਰਤ ਵਨ ਜੀਵਨ ਸੁਰੱਖਿਆ ਤੇ ਜੋ ਆਪਾਂ ਥੋੜ੍ਹੀ ਦੇਰ ਪਹਿਲਾਂ ਸਟਾਰਟਿੰਗ 'ਤੇ ਪੜ੍ਹਿਆ ਸੀ। ਤਾਂ ਭਾਰਤੀ ਵਨ ਜੀਵਨ ਸੁਰੱਖਿਆ ਨਿਯਮ ਕਦੋਂ ਬਣਾਇਆ ਗਿਆ? 1972 'ਚ ਬਣਾਇਆ ਗਿਆ। ਵੈਰੀ ਇੰਪੋਰਟੈਂਟ ਕੁਐਸਚਨ ਹੈ, ਵੈਰੀ ਇੰਪੋਰਟੈਂਟ। ਠੀਕ ਹੈ ਜੀ। ਅਗਲਾ, ਕਿਹੜੀ ਰੁੱਖ ਦੀ ਛਿੱਲ ਕੁਨੀਨ ਦੀ ਦਵਾਈ ਬਣਾਉਣ ਲਈ ਵਰਤੀ ਜਾਂਦੀ ਹੈ? ਕਿਹੜੇ ਰੁੱਖ ਦੀ ਛਿੱਲ ਕੁਨੀਨ ਦੀ ਦਵਾਈ ਬਣਾਉਣ ਵਾਸਤੇ ਵਰਤੀ ਜਾਂਦੀ ਹੈ? ਇਹ ਵੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਸਿਨਕੋਨਾ, ਵੈਰੀ ਇੰਪੋਰਟੈਂਟ। ਠੀਕ ਹੈ, ਯਾਦ ਰੱਖਿਆ ਜੇ, ਸਿਨਕੋਨਾ। ਠੀਕ ਹੈ ਜੀ। ਸਿਨਕੋਨਾ ਰੁੱਖ ਦੀ ਛਿੱਲ ਵਰਤੀ ਜਾਂਦੀ ਕੁਨੀਨ ਦੀ ਦਵਾਈ ਬਣਾਉਣ ਵਾਸਤੇ। ਅਗਲਾ, ਧਰਤੀ ਦੇ ਕਿਹੜੇ ਖੇਤਰ ਜਾਂ ਮੰਡਲ ਵਿੱਚ ਜੀਵਨ ਵਸਦਾ ਹੈ? ਤਾਂ ਜੀਵਨ ਵਸਦਾ ਹੈ ਜੀਵ ਮੰਡਲ 'ਚ। ਕਿੱਥੇ ਵਸਦਾ ਜੀ? ਜੀਵ ਮੰਡਲ 'ਚ। ਧਰਤੀ ਦੇ ਜੀਵ ਮੰਡਲ ਖੇਤਰ ਵਿੱਚ ਜੀਵਨ ਵਸਦਾ ਹੈ। ਠੀਕ ਹੈ ਜੀ। ਅਗਲਾ, ਪੱਛਮੀ ਘਾਟ ਦੀ ਪੂਰਬੀ ਢਲਾਨ 'ਤੇ ਕਿਸ ਕਿਸਮ ਦੀ ਬਨਸਪਤੀ ਮਿਲਦੀ ਹੈ? ਪੱਛਮੀ ਘਾਟ ਦੀ ਪੂਰਬੀ ਢਲਾਨ 'ਤੇ ਕਿਸ ਕਿਸਮ ਦੀ ਬਨਸਪਤੀ ਮਿਲਦੀ ਹੈ? ਤਾਂ ਸਿੱਲੀ, ਕਿਹੜੀ? ਸਿੱਲੀ ਬਨਸਪਤੀ ਜਾਂ ਸਿੱਲੀ ਪਤਝੜੀ ਬਨਸਪਤੀ। ਠੀਕ ਹੈ ਜੀ। ਯਾਦ ਰੱਖਿਆ ਜੇ, ਪੱਛਮੀ ਘਾਟ ਦੀ ਪੂਰਬੀ ਢਲਾਨ 'ਤੇ ਕਿਸ ਕਿਸਮ ਦੀ ਬਨਸਪਤੀ ਮਿਲਦੀ ਹੈ? ਸਿੱਲੀ ਪਤਝੜੀ ਬਨਸਪਤੀ। ਇਹ ਨਾ ਇੰਪੋਰਟੈਂਟ ਕੁਐਸਚਨ ਨਹੀਂ, ਬਟ ਇਸ ਕਰਕੇ ਮੈਂ ਪਾਤਾ। ਅੱਛਾ, ਰੋਇਲ ਬੰਗਾਲ ਟਾਈਗਰ ਕਿਹੜੇ ਜੰਗਲ ਵਿੱਚ ਮਿਲਦੇ ਨੇ? ਜਿਹੜੇ ਰੋਇਲ ਬੰਗਾਲ ਟਾਈਗਰ ਨੇ, ਵੈਰੀ ਇੰਪੋਰਟੈਂਟ ਕੁਐਸਚਨ ਹੈ। ਜਿਹੜਾ ਰੋਇਲ ਬੰਗਾਲ ਟਾਈਗਰ ਹੈ ਇਹ ਕਿੱਥੇ ਮਿਲਦਾ ਹੈ? ਇਹ ਜਵਾਰੀ ਜਾਂ ਕਹਿ ਲਓ ਮੈਂਗਰੂਵ ਦੇ ਜੰਗਲਾਂ 'ਚ। ਠੀਕ ਹੈ, ਜਵਾਰੀ ਜਾਂ ਮੈਂਗਰੂਵ ਦੇ ਜੰਗਲਾਂ 'ਚ ਮਿਲਦਾ ਹੈ। ਠੀਕ ਹੈ ਜੀ। ਕਿਹੜੇ ਜੰਗਲ ਵਿੱਚ ਸਪਰੂਸ, ਫਰ, ਦਿਆਰ ਅਤੇ ਸਲ ਆਦਿ ਦੇ ਰੁੱਖ ਮਿਲਦੇ ਹਨ? ਠੀਕ ਹੈ ਜੀ। ਕਿਹੜੇ ਜੰਗਲਾਂ 'ਚ ਮਿਲਦੇ ਨੇ? ਇਹ ਮਿਲਦੇ ਨੇ ਕੋਨਧਾਰੀ ਜੰਗਲਾਂ 'ਚ। ਕਿਹੜੇ ਜੀ? ਕੋਨਧਾਰੀ ਜੰਗਲਾਂ 'ਚ। ਇਹ ਵੀ ਕੋਈ ਜ਼ਿਆਦਾ ਇੰਪੋਰਟੈਂਟ ਕੁਐਸਚਨ ਨਹੀਂ ਹੈ। ਠੀਕ ਹੈ, ਪਰ ਹੈਗਾ ਸੀ ਬੁੱਕ 'ਚ, ਤਾਂ ਮੈਂ ਪਾਤਾ। ਠੀਕ ਹੈ। ਅਗਲਾ, ਕਿਸ ਤਰ੍ਹਾਂ ਦੀ ਬਨਸਪਤੀ ਮੁੱਖ ਤੌਰ 'ਤੇ ਜ਼ਿਆਦਾ ਵਰਖਾ ਵਾਲੇ ਭਾਗਾਂ ਵਿੱਚ ਮਿਲਦੀ ਹੈ? ਇਹ ਇੰਪੋਰਟੈਂਟ ਕੁਐਸਚਨ ਹੈ। ਕਿਸ ਤਰ੍ਹਾਂ ਦੀ ਬਨਸਪਤੀ ਮੁੱਖ ਤੌਰ 'ਤੇ ਜ਼ਿਆਦਾ ਵਰਖਾ ਵਾਲੇ ਭਾਗਾਂ ਵਿੱਚ ਮਿਲਦੀ ਹੈ? ਤਾਂ ਊਸ਼ਣ ਸਦਾਬਹਾਰ। ਕਿਹੜੀ ਜੀ? ਊਸ਼ਣ ਸਦਾਬਹਾਰ ਬਨਸਪਤੀ। ਊਸ਼ਣ ਸਦਾਬਹਾਰ ਦਾ ਮਤਲਬ ਹੈ ਜਿਹੜਾ 365 ਦਿਨ ਰਹਿੰਦੀ। ਠੀਕ ਹੈ ਜੀ, ਉਹਨੂੰ ਕਹਿੰਦੇ ਊਸ਼ਣ ਸਦਾਬਹਾਰ। ਲਾਸਟ ਕੁਐਸਚਨ, ਕਿਹੜੇ ਘਾਹ ਤੋਂ ਬਨਾਵਟੀ ਸੁਗੰਧੀਆਂ ਤਿਆਰ ਕੀਤੀਆਂ ਜਾਂਦੀਆਂ ਹਨ? ਵੈਰੀ ਇੰਪੋਰਟੈਂਟ ਕੁਐਸਚਨ। ਕਿਹੜੇ ਘਾਹ ਤੋਂ ਬਨਾਵਟੀ ਸੁਗੰਧੀਆਂ ਤਿਆਰ ਕੀਤੀਆਂ ਜਾਂਦੀਆਂ ਹਨ? ਹੈਗਾ ਰੋਸ਼ਾ ਘਾਹ। ਕਿਹੜਾ ਘਾਹ? ਰੋਸ਼ਾ ਘਾਹ। ਠੀਕ ਹੈ ਜੀ, ਯਾਦ ਰੱਖਿਆ ਜੀ, ਵੈਰੀ ਇੰਪੋਰਟੈਂਟ ਕੁਐਸਚਨ ਹੈ, ਰੋਸ਼ਾ ਘਾਹ। ਠੀਕ ਹੈ ਜੀ। ਇਹ ਸੀ 64 ਕੁਐਸਚਨਸ। ਠੀਕ ਹੈ, ਆਈ ਹੋਪ ਤੁਹਾਨੂੰ ਇਹ ਬਹੁਤ ਫਾਇਦਾ ਕਰਨਗੇ, ਕਿਉਂਕਿ ਇਸ ਤੋਂ ਬਾਅਦ ਕੁਛ ਨਹੀਂ ਆਏਗਾ। ਤੁਸੀਂ ਇੰਨੇ ਕਰ ਲਓ, ਇੰਨੇ ਬਹੁਤ ਨੇ। ਠੀਕ ਹੈ ਜੀ। ਅਗਰ ਤੁਹਾਨੂੰ ਹੋਰ ਕਿਸੇ ਚੈਪਟਰ ਦੇ ਨੋਟਸ ਚਾਹੀਦੇ ਆ ਤਾਂ ਮੈਨੂੰ ਦੱਸਿਆ ਜੇ, ਮੈਂ ਬਣਾ ਕੇ ਜ਼ਰੂਰ ਤੁਹਾਨੂੰ ਅਪਲੋਡ ਕਰਾਂਗਾ। ਠੀਕ ਹੈ ਜੀ। ਬਾਏ, ਟੇਕ ਕੇਅਰ।